प्यारे बच्चों, मैं बलजिंदर सिंह वोकेशनल ट्रेनर ITES GSS मत्ती ਜ਼ਿਲ੍ਹਾ ਮਾਨਸਾ ਵਿਖੇ ਪੜ੍ਹਾ ਰਿਹਾ ਹਾਂ। ਅੱਜ ਦਾ ਸਾਡਾ ਜਿਹੜਾ ਟੌਪਿਕ ਹੈ ਉਹ ਹੈ 9ਵੀਂ ਜਮਾਤ ਦਾ ਯੂਨਿਟ 3 ICT ਸਕਿੱਲਸ, ਜਿਸ ਦਾ ਸੈਸ਼ਨ 1 ਹੈ ਇੰਟਰੋਡਕਸ਼ਨ ਟੂ ICT ਬਾਰੇ ਜਾਣ ਪਹਿਚਾਣ ਕਰਨ ਤੋਂ ਪਹਿਲਾਂ ਸਾਨੂੰ ਦੋ ਚੀਜ਼ਾਂ ਦਾ ਪਤਾ ਹੋਣਾ ਚਾਹੀਦਾ ਹੈ। ਪਹਿਲਾ ਹੈ ਡਾਟਾ ਕੀ ਹੈ? ਡਾਟਾ ਕੰਪਿਊਟਰ ਨੂੰ ਦਿੱਤੇ ਜਾਣ ਵਾਲੇ ਕੱਚੇ ਪਦਾਰਥ ਹਨ ਜਿਨ੍ਹਾਂ ਨੂੰ ਵਰਤ ਕੇ ਇੱਕ ਕੰਪਿਊਟਰ ਵੱਖ-ਵੱਖ ਆਪਰੇਸ਼ਨ ਕਰ ਸਕਦਾ ਹੈ, ਜਿਵੇਂ ਅੰਕ, ਐਲਫਾਬੈਟ ABC। ਇਸੇ ਤਰ੍ਹਾਂ ਕਿਸੇ ਹੋਰ ਭਾਸ਼ਾ ਦੇ ਅੱਖਰ ਵੀ ਹੋ ਸਕਦੇ ਹਨ। ਸਪੈਸ਼ਲ ਕਰੈਕਟਰ ਹੈਸ਼, ਸਟਾਰ, $, ਆਦਿ। ਹੁਣ ਅਸੀਂ ਦੇਖਾਂਗੇ ਕੁਝ ਡਾਟਾ ਦੀਆਂ ਉਦਾਹਰਨਾਂ ਹੋਰ, ਜਿਸ ਤਰ੍ਹਾਂ ਕਿ ਸਾਡੇ ਕੋਲ ਲਿਖਿਆ ਹੋਇਆ ਹੈ 2, 5, 7 ਬਰਾਬਰ ਪਲੱਸ। ਤੁਸੀਂ ਇਹਨਾਂ ਨੂੰ ਦੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਕਿ ਇਸ ਦਾ ਕੁਝ ਵੀ ਮਤਲਬ ਨਹੀਂ ਨਿਕਲਦਾ ਕਿ 2, 5, 7 ਬਰਾਬਰ ਪਲੱਸ ਕੀ ਹਨ। ਇਸ ਤਰ੍ਹਾਂ ਇਹ ਇੱਕ ਕੱਚੇ ਪਦਾਰਥ ਦੀ ਤਰ੍ਹਾਂ ਹੁੰਦੇ ਹਨ। ਇਸ ਨੂੰ ਡਾਟਾ ਕਹਾਂਗੇ। ਅੱਗੇ ਹੈ ਸੂਚਨਾ, ਇਨਫੋਰਮੇਸ਼ਨ। ਜਦੋਂ ਕੰਪਿਊਟਰ ਦੁਆਰਾ ਡਾਟਾ ਨੂੰ ਪ੍ਰੋਸੈਸ ਕੀਤਾ ਜਾਂਦਾ ਹੈ ਤਾਂ ਉਸ ਨੂੰ ਸੂਚਨਾ ਕਿਹਾ ਜਾਂਦਾ ਹੈ, ਜਿਸ ਦਾ ਕੋਈ ਅਰਥ ਹੁੰਦਾ ਹੈ। ਉਦਾਹਰਨ ਦੇ ਤੌਰ ਤੇ 5 + 2 ਬਰਾਬਰ 7। ਹੁਣ ਅਸੀਂ ਦੇਖ ਸਕਦੇ ਹਾਂ ਕਿ ਜੋ ਡਾਟਾ ਹੈ ਉਹ ਇਸ ਵਿੱਚ 5 ਅਤੇ 2 ਹੈ, ਪਰ ਅਸੀਂ ਉਸ ਦੇ ਵਿੱਚ ਇੱਕ ਫੰਕਸ਼ਨ ਲਗਾਇਆ ਪਲੱਸ ਦਾ। ਉਸ ਤੋਂ ਬਾਅਦ ਕੰਪਿਊਟਰ ਨੇ ਉਹਨਾਂ ਦਾ ਜੋੜ ਕੀਤਾ, ਜਿਸ ਦਾ ਆਨਸਰ ਪ੍ਰੋਸੈਸ ਕਰਨ ਤੋਂ ਬਾਅਦ 7 ਆਇਆ। ਹੁਣ ਇਸ ਦਾ ਇੱਕ ਮਤਲਬ ਬਣ ਜਾਂਦਾ ਹੈ ਕਿ 5 + 2, ਕਿ 5 ਤੇ 2 ਦਾ ਜਿਹੜਾ ਜੋੜ ਹੈ ਉਹ 7 ਹੈ। ਇਸ ਨੂੰ ਅਸੀਂ ਸੂਚਨਾ ਕਹਾਂਗੇ। ਇਸ ਤਰ੍ਹਾਂ ਸੂਚਨਾ ਅਤੇ ਡਾਟਾ ਅਲੱਗ-ਅਲੱਗ ਹਨ। ਚਲੋ ਫਿਰ ਅੱਗੇ ਵਧਦੇ ਹਾਂ। ਅੱਗੇ ਹੈ ICT। ਸਭ ਤੋਂ ਪਹਿਲਾਂ ICT ਦਾ ਪੂਰਾ ਨਾਮ ਕੀ ਹੈ? ਇੰਗਲਿਸ਼ ਦੇ ਵਿੱਚ ਇਨਫੋਰਮੇਸ਼ਨ ਐਂਡ ਕਮਿਊਨੀਕੇਸ਼ਨ ਟੈਕਨੋਲੋਜੀ। ਪੰਜਾਬੀ ਦੇ ਵਿੱਚ ਇਸ ਦਾ ਅਰਥ ਹੈ ਸੂਚਨਾ ਅਤੇ ਸੰਚਾਰ ਤਕਨਾਲੋਜੀ। ਜਾਣ ਪਹਿਚਾਣ। ਇਸ ਵਿੱਚ ਤਕਨੀਕੀ ਟੂਲਸ ਅਤੇ ਸਰੋਤਾਂ ਦਾ ਵਿਭਿੰਨ ਸਮੂਹ ਸ਼ਾਮਿਲ ਹੈ ਜੋ ਜਾਣਕਾਰੀ ਨੂੰ ਦਿੱਤੀਆਂ ਗਈਆਂ ਵੱਖ-ਵੱਖ ਪ੍ਰਕਿਰਿਆਵਾਂ ਲਈ ਵਰਤੀਆਂ ਜਾਂਦੀਆਂ ਹਨ। ਜਿਸ ਤਰ੍ਹਾਂ ਸੰਚਾਰਿਤ ਕਰਨਾ। ਤੁਸੀਂ ਇਸ ਪਿਕਚਰ ਵਿੱਚ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜੋ ਸਿਗਨਲ ਹਨ ਉਹ ਇੱਕ ਥਾਂ ਤੋਂ ਦੂਜੀ ਥਾਂ ਤੇ ਸੰਚਾਰ ਹੁੰਦੇ ਹਨ। ਬਣਾਉਣਾ, ਟੂ ਕ੍ਰੀਏਟ। ਇਨਫੋਰਮੇਸ਼ਨ ਨੂੰ ਬਣਾਉਣ ਦੇ ਲਈ ਵੱਖ-ਵੱਖ ਤਕਨੀਕਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ। ਇਸ ਤਰ੍ਹਾਂ ਇਨਫੋਰਮੇਸ਼ਨ ਨੂੰ ਬਣਾਇਆ ਜਾਂਦਾ ਹੈ। ਪ੍ਰਸਾਰ ਕਰਨਾ, ਇਸ ਨੂੰ ਅਸੀਂ ਇੰਗਲਿਸ਼ ਦੇ ਵਿੱਚ ਬ੍ਰੌਡਕਾਸਟਿੰਗ ਵੀ ਕਹਿ ਸਕਦੇ ਹਾਂ। ਜਿਸ ਤਰ੍ਹਾਂ ਕਿ ਅਸੀਂ ਮੌਸਮ ਬਾਰੇ ਜਾਣਕਾਰੀ ਲੈਂਦੇ ਹਾਂ TV ਤੋਂ, ਜਾਂ ਫਿਰ ਖਬਰਾਂ ਸੁਣਦੇ ਹਾਂ, ਉਸ ਨੂੰ ਅਸੀਂ ਪ੍ਰਸਾਰਣ ਕਹਿ ਸਕਦੇ ਹਾਂ। ਸਟੋਰ ਕਰਨ, ਅਸੀਂ ਸੂਚਨਾ ਨੂੰ ਵੱਖ-ਵੱਖ ਸਟੋਰੇਜ ਯੰਤਰਾਂ ਵਿੱਚ ਸਟੋਰ ਕਰਕੇ ਰੱਖ ਸਕਦੇ ਹਾਂ। ਇਸ ਵਿੱਚ ਦਿਖਾਇਆ ਗਿਆ ਹੈ CD, ਪੈਨ ਡਰਾਈਵ, ਮੈਮਰੀ ਕਾਰਡ, ਫਲੋਪੀ ਡਿਸਕ, ਹਾਰਡ ਡਿਸਕ। ਇਸ ਤਰ੍ਹਾਂ ਅਸੀਂ ਵੱਖ-ਵੱਖ ਸਟੋਰ ਯੰਤਰਾਂ ਵਿੱਚ ਇਨਫੋਰਮੇਸ਼ਨ ਨੂੰ ਸਟੋਰ ਕਰ ਸਕਦੇ ਹਾਂ। ਅੱਗੇ ਹੈ ਪ੍ਰਬੰਧਨ ਕਰਨਾ। ਅਸੀਂ ਵੱਖ-ਵੱਖ ਡਿਵਾਈਸਿਸ ਨਾਲ ਸੂਚਨਾ ਦਾ ਪ੍ਰਬੰਧ ਕਰ ਸਕਦੇ ਹਾਂ। ਅੱਗੇ ਹੈ ICT ਵਿੱਚ ਕੀ ਸ਼ਾਮਿਲ ਹੈ? ICT ਵਿੱਚ ਸ਼ਾਮਿਲ ਹਨ, ਸਭ ਤੋਂ ਪਹਿਲਾਂ ਹੈ ਕੰਪਿਊਟਰ, ਉਸ ਤੋਂ ਬਾਅਦ ਹੈ ਇੰਟਰਨੈਟ ਤੇ ਅਸੀਂ ਵੱਖ-ਵੱਖ ਸਾਈਟਸ ਖੋਲ ਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ। ਪ੍ਰਸਾਰਣ ਟੈਕਨੋਲੋਜੀ, ਇਸ ਦੇ ਵਿੱਚ ਸ਼ਾਮਿਲ ਹੈ ਰੇਡੀਓ, ਜਿਸ ਨਾਲ ਅਸੀਂ ਖਬਰਾਂ, ਭਵਿੱਖਬਾਣੀ, ਮੌਸਮ ਬਾਰੇ ਇਹ ਸੁਣ ਸਕਦੇ ਹਾਂ। TV ਵੀ ਇੱਕ ਅਜਿਹਾ ਸਾਧਨ ਹੈ ਜੋ ਪ੍ਰਸਾਰਣ ਦੇ ਲਈ ਵਰਤਿਆ ਜਾਂਦਾ ਹੈ।
ਟੈਲੀਫੋਨੀ ਇੱਕ ਅਜਿਹਾ ਪੇਸ਼ਾ ਹੈ ਜਿਸ ਵਿੱਚ ਦੂਰ ਦਰਾਡੇ ਬੈਠੇ ਗਾਹਕਾਂ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ। ਇਸ ਵਿੱਚ ਕੰਪਿਊਟਰ ਅਤੇ ਟੈਲੀਫੋਨ ਦਾ ਪ੍ਰਯੋਗ ਹੁੰਦਾ ਹੈ। ਹੁਣ ਹੈ ਟੈਕਨੋਲੋਜੀ ਦੀਆਂ ਕਿਸਮਾਂ। ਡਿਜੀਟਲ ਟੈਕਨੋਲੋਜੀ ਅਤੇ ਐਨਾਲਾਗ ਟੈਕਨੋਲੋਜੀ। ਡਿਜੀਟਲ ਟੈਕਨੋਲੋਜੀ ਕੀ ਹੈ? ਡਿਜੀਟਲ ਟੈਕਨੋਲੋਜੀ ਵਿੱਚ ਜੋ ਜਾਣਕਾਰੀ ਦਾ ਅਨੁਵਾਦ ਹੈ ਉਹ ਬਾਈਨਰੀ ਫਾਰਮੈਟ ਵਿੱਚ ਹੀ ਹੁੰਦਾ ਹੈ। ਬਾਈਨਰੀ ਫਾਰਮੈਟ ਇੱਕ ਅਜਿਹੀ ਭਾਸ਼ਾ ਹੈ ਜਿਸ ਵਿੱਚ ਸਿਰਫ 0 ਅਤੇ 1 ਇਹ ਦੋਵੇਂ ਅੰਕ ਹੀ ਵਰਤੇ ਜਾਂਦੇ ਹਨ। ਇਹ ਸਾਰੇ ਅੰਕ ਮਸ਼ੀਨਾਂ ਦੁਆਰਾ ਡਿਜੀਟਲ ਫਾਰਮ ਦੇ ਵਿੱਚ ਇਨਪੁਟ ਆਊਟਪੁੱਟ ਦੇ ਲਈ ਲਏ ਜਾਂਦੇ ਹਨ ਅਤੇ ਉਸ ਨੂੰ ਪ੍ਰੋਸੈਸ ਕੀਤਾ ਜਾਂਦਾ ਹੈ। ਇੱਥੇ ਹਰ ਇੱਕ ਬਿਟ ਦੋ ਵੱਖ-ਵੱਖ ਅੰਸ਼ਾਂ ਦਾ ਪ੍ਰਤੀਨਿਧ ਹੁੰਦਾ ਹੈ। ਦੂਸਰਾ ਹੈ ਐਨਾਲਾਗ ਟੈਕਨੋਲੋਜੀ। ਇਸ ਵਿੱਚ ਜਾਣਕਾਰੀ ਨੂੰ ਵੱਖ-ਵੱਖ ਬਿਜਲੀ ਪਲਸਿਸ ਵਿੱਚ ਅਨੁਵਾਦ ਕੀਤਾ ਜਾਂਦਾ ਹੈ। ਜਿਸ ਤਰ੍ਹਾਂ ਕਿ ਅਸੀਂ ਉਦਾਹਰਨ ਲਈਏ ਪੁਰਾਣੇ ਟੈਲੀਫੋਨ ਦੀ ਤਾਰ ਰਾਹੀਂ ਇੱਕ ਥਾਂ ਤੋਂ ਦੂਸਰੀ ਥਾਂ ਤੱਕ ਜੋ ਸਿਗਨਲ ਹੈ ਉਹ ਐਨਾਲਾਗ ਰੂਪ ਵਿੱਚ ਪਹੁੰਚਦਾ ਹੈ। ICT ਟੂਲਸ ਵਿੱਚ ਕੰਪਿਊਟਰ ਤਾਂ ਸ਼ਾਮਿਲ ਹੁੰਦੇ ਹਨ, ਜਿਵੇਂ ਕਿ ਸਮਾਰਟਫੋਨ ਵਿੱਚ ਅਸੀਂ ਕੀ ਕਰ ਸਕਦੇ ਹਾਂ। ਸਮਾਰਟਫੋਨ ਵੀ ਇੱਕ ਤਰ੍ਹਾਂ ਦਾ ਕੰਪਿਊਟਰ ਹੀ ਹੈ। ਇਸ ਵਿੱਚ ਅਸੀਂ ਪਹਿਲਾਂ ਤਾਂ ਫੋਨ ਕਾਲ ਕਰ ਸਕਦੇ ਹਾਂ, ਉਸ ਦੇ ਨਾਲ ਹੀ ਅਸੀਂ ਸੋਸ਼ਲ ਮੀਡੀਆ ਤੇ ਵੱਖ-ਵੱਖ ਥਾਵਾਂ ਤੇ ਅਸੀਂ ਆਪਣੀ ਪਹਿਚਾਣ ਬਣਾ ਸਕਦੇ ਹਾਂ, ਗੱਲਬਾਤ ਕਰ ਸਕਦੇ ਹਾਂ, ਡਾਟਾ ਸਾਂਝਾ ਕਰ ਸਕਦੇ ਹਾਂ, ਜਿਸ ਤਰ੍ਹਾਂ ਕਿ ਫੇਸਬੁੱਕ ਰਾਹੀਂ, ਇੰਸਟਾਗ੍ਰਾਮ ਰਾਹੀਂ ਆਦਿ। ਅਸੀਂ ਸਮਾਰਟਫੋਨ ਦੀ ਮਦਦ ਨਾਲ ਨੌਕਰੀਆਂ ਲੱਭ ਸਕਦੇ ਹਾਂ ਅਤੇ ਨੌਕਰੀਆਂ ਦੇ ਫਾਰਮ ਵੀ ਭਰ ਸਕਦੇ ਹਾਂ। ਉਸ ਤੋਂ ਬਾਅਦ ਇਹ ਇੱਕ ਬਹੁਤ ਵਧੀਆ ਮਨੋਰੰਜਨ ਦਾ ਸਾਧਨ ਵੀ ਹੁੰਦੇ ਹਨ। ਇਹਨਾਂ ਨਾਲ ਅਸੀਂ ਗਾਣੇ ਸੁਣ ਸਕਦੇ ਹਾਂ, ਗੁਰਬਾਣੀ ਸੁਣ ਸਕਦੇ ਹਾਂ ਅਤੇ ਹੋਰ ਵੀ ਕਈ ਫੰਕਸ਼ਨਸ ਇਸ ਦੇ ਵਿੱਚ ਅਸੀਂ ਕਰ ਸਕਦੇ ਹਾਂ। ਕੰਪਿਊਟਰ ਦੀ ਵਰਤੋਂ ਅਸੀਂ ਨੌਕਰੀ ਲਈ ਰਿਜ਼ਿਊਮ ਬਣਾਉਣ ਲਈ ਕਰਦੇ ਹਾਂ। ਜਦੋਂ ਵੀ ਅਸੀਂ ਕਿਤੇ ਨੌਕਰੀ ਪ੍ਰਾਪਤ ਕਰਨੀ ਹੁੰਦੀ ਹੈ ਤਾਂ ਜਦੋਂ ਅਸੀਂ ਆਪਣੀ ਕੰਪਲੀਟ ਇਨਫੋਰਮੇਸ਼ਨ ਕੰਪਨੀ ਤੱਕ ਪਹੁੰਚਦੀ ਕਰਨੀ ਹੈ ਤਾਂ ਉਸ ਲਈ ਜੋ ਡਾਕੂਮੈਂਟ ਬਣਾਇਆ ਜਾਂਦਾ ਹੈ ਉਸ ਨੂੰ ਰਿਜ਼ਿਊਮੇ ਕਹਿੰਦੇ ਹਨ। ਰਿਜ਼ਿਊਮੇ ਵਿੱਚ ਸਾਡੀ ਸਾਰੀ ਜਾਣਕਾਰੀ ਸ਼ਾਮਿਲ ਹੁੰਦੀ ਹੈ, ਜਿਸ ਵਿੱਚ ਸਾਡੇ ਬਾਰੇ, ਸਾਨੂੰ ਕੀ ਆਉਂਦਾ ਹੈ, ਸਾਡੀਆਂ ਸਕਿੱਲਸ ਕੀ ਹਨ ਜਾਂ ਹੁਨਰ ਕੀ ਹਨ ਅਤੇ ਸਾਡੀ ਕੁਆਲੀਫਿਕੇਸ਼ਨ ਕੀ ਹੈ, ਸਾਡਾ ਨੰਬਰ ਕੀ ਹੈ, ਫਾਦਰ ਨੇਮ ਕੀ ਹੈ, ਐਡਰੈਸ ਕੀ ਹੈ। ਇਹ ਸਾਰੀਆਂ ਚੀਜ਼ਾਂ ਦੀ ਜਿਹੜੀ ਡਿਟੇਲ ਹੈ, ਇਹ ਸਾਰੇ ਵੇਰਵੇ ਰਿਜ਼ਿਊਮੇ ਦੇ ਵਿੱਚ ਸ਼ਾਮਿਲ ਹੁੰਦੇ ਹਨ। ਇਹ ਅਸੀਂ ਕੰਪਿਊਟਰ ਦੀ ਵਰਤੋਂ ਨਾਲ ਬਣਾ ਸਕਦੇ ਹਾਂ। ਈਮੇਲ ਭੇਜਣ ਲਈ ਅਸੀਂ ਦੂਰ ਦਰਾਡੇ ਬੈਠੇ ਲੋਕਾਂ ਨਾਲ ਵਿਚਾਰ ਵਟਾਂਦਰਾ ਕਰਨ ਦੇ ਲਈ ਈਮੇਲ ਭੇਜ ਸਕਦੇ ਹਾਂ ਅਤੇ ਆਪਣੀ ਜਾਣਕਾਰੀ ਨੂੰ ਸਾਂਝਾ ਕਰ ਸਕਦੇ ਹਾਂ। ਕਾਰੋਬਾਰ ਚਲਾਉਣ ਲਈ ਕੰਪਿਊਟਰ ਦੀ ਵਰਤੋਂ ਵੱਖ-ਵੱਖ ਤਰ੍ਹਾਂ ਦੇ ਕਾਰੋਬਾਰ ਚਲਾਉਣ ਲਈ ਵੀ ਕੀਤੀ ਜਾਂਦੀ ਹੈ। ਜਿਸ ਤਰ੍ਹਾਂ ਕਿ ਅਸੀਂ ਇੱਕ ਮਾਲ ਦੀ ਐਗਜ਼ਾਮਪਲ ਲਈਏ, ਇੱਕ ਮਾਲ ਦੇ ਵਿੱਚ ਕੰਪਿਊਟਰ ਨਾਲ ਸਾਰੇ ਜੋ ਖਰੀਦੇ ਗਏ ਪ੍ਰੋਡਕਟ ਹੁੰਦੇ ਹਨ ਉਹਨਾਂ ਦਾ ਬਿੱਲ ਬਣਾਉਣ ਲਈ, ਉਹਨਾਂ ਦਾ ਰਿਕਾਰਡ ਸਾਂਭਣ ਲਈ, ਉਹ ਸਾਰਾ ਕੰਪਿਊਟਰ ਦੀ ਵਰਤੋਂ ਨਾਲ ਹੀ ਸੰਭਵ ਹੈ। ਲੋਕਾਂ ਨਾਲ ਜੁੜਨ ਲਈ ਅਸੀਂ ਵੱਖ-ਵੱਖ ਸਾਈਟਾਂ ਨਾਲ ਲੋਕਾਂ ਨਾਲ ਜੁੜੇ ਰਹਿ ਸਕਦੇ ਹਾਂ ਕੰਪਿਊਟਰ ਦੀ ਵਰਤੋਂ ਕਰਕੇ। ਅੱਗੇ ਹੈ ਸਾਡਾ ਸੈਸ਼ਨ 1 ICT ਨਾਲ ਜਾਣ ਪਹਿਚਾਣ। ਇਸ ਯੂਨਿਟ ਦਾ ਪਹਿਲਾ ਸੈਸ਼ਨ ਹੈ। ਜਾਣਕਾਰੀ ਨੂੰ ਰਿਕਾਰਡ ਕਰਨ ਦੇ ਤਰੀਕੇ। ਸਭ ਤੋਂ ਪਹਿਲਾ ਤਰੀਕਾ ਹੈ ਹੱਥ ਲਿਖਤ। ਇਸ ਵਿੱਚ ਅਸੀਂ ਇੱਕ ਪੇਜ ਤੇ ਪੈਨ ਦੀ ਸਹਾਇਤਾ ਨਾਲ ਜਾਣਕਾਰੀ ਨੂੰ ਰਿਕਾਰਡ ਕਰ ਸਕਦੇ ਹਾਂ। ਦੂਜਾ ਹੈ ਟਾਈਪਰਾਈਟਰ। ਜਿਸ ਤਰ੍ਹਾਂ ਤੁਸੀਂ ਦੇਖਿਆ ਹੋਵੇਗਾ ਅੱਜ ਤੋਂ 10-15 ਸਾਲ ਪਹਿਲਾਂ ਜਦੋਂ ਕੰਪਿਊਟਰ ਘੱਟ ਸਨ, ਉਸ ਸਮੇਂ ਟਾਈਪਰਾਈਟਰ ਦੀ ਮਦਦ ਨਾਲ ਪੇਜਾਂ ਉੱਪਰ ਸਿਆਹੀ ਦੇ ਨਾਲ ਟਾਈਪ ਕੀਤਾ ਜਾ ਸਕਦਾ ਸੀ। ਅੱਜ ਕੱਲ੍ਹ ਇਹਨਾਂ ਦੀ ਜਗ੍ਹਾ ਕੰਪਿਊਟਰ ਟਾਈਪਿੰਗ ਨੇ ਲੈ ਲਈ ਹੈ। ਕੰਪਿਊਟਰ ਟਾਈਪਿੰਗ ਨਾਲ ਅਸੀਂ ਵੱਖ-ਵੱਖ ਤਰ੍ਹਾਂ ਦੇ ਰਿਕਾਰਡ ਨੂੰ ਸੇਵ ਰੱਖ ਸਕਦੇ ਹਾਂ।
ਕੰਪਿਊਟਰ ਟਾਈਪਿੰਗ। ਡਿਜੀਟਲ ਰੂਪ ਦੇ ਵਿੱਚ ਕੰਪਿਊਟਰ ਟਾਈਪਿੰਗ ਨਾਲ ਅਸੀਂ ਕੰਮ ਨੂੰ ਹੋਰ ਵੀ ਸੁਖਾਲਾ ਬਣਾ ਸਕਦੇ ਹਾਂ। ICT ਉਪਕਰਨ। ICT ਉਪਕਰਨ ਹਨ ਲੈਪਟਾਪ, ਟੈਬਲੇਟ ਤੇ ਸਮਾਰਟਫੋਨ। ਇਹਨਾਂ ਨੂੰ ਅਸੀਂ ICT ਉਪਕਰਨ ਕਹਿੰਦੇ ਹਾਂ। ਮੁੱਢਲੇ ICT ਹੁਨਰਾਂ ਜਿਹੜੀਆਂ ਤੁਹਾਨੂੰ ਲੋੜੀਂਦੀਆਂ ਹਨ ਉਹ ਹਨ ਕੰਪਿਊਟਰ ਨੂੰ ਕਿਵੇਂ ਚਲਾਉਣਾ ਹੈ, ਇਹ ਜਾਣਨਾ ਅਤੇ ਜਾਣਕਾਰੀ ਇਕੱਠੀ ਕਰਨਾ, ਸਟੋਰ ਕਰਨਾ ਅਤੇ ਪ੍ਰਸਾਰ ਕਰਨ ਲਈ ਇੰਟਰਨੈਟ ਦੀ ਝਲਕ ਨੂੰ ਜਾਣਨਾ। ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ICT ਹੁਨਰ ਦੇ ਲਈ ਸਾਨੂੰ ਦੋ ਚੀਜ਼ਾਂ ਲੋੜੀਂਦੀਆਂ ਹਨ, ਜ਼ਰੂਰੀ ਹਨ। ਪਹਿਲਾ ਹੈ ਕਿ ਕੰਪਿਊਟਰ ਨੂੰ ਕਿਸ ਤਰ੍ਹਾਂ ਚਲਾਉਣਾ ਹੈ, ਦੂਸਰਾ ਹੈ ਕਿ ਇੰਟਰਨੈਟ ਨੂੰ ਕਿਸ ਤਰ੍ਹਾਂ ਅਸੀਂ ਯੂਜ਼ ਕਰਨਾ ਹੈ, ਕਿਸ ਤਰ੍ਹਾਂ ਜਾਣਕਾਰੀ ਨੂੰ ਇਕੱਠਾ ਕਰਨਾ ਹੈ, ਸਟੋਰ ਕਰਨਾ ਹੈ ਅਤੇ ਉਸ ਦਾ ਪ੍ਰਸਾਰ ਕਰਨਾ ਹੈ। ਕੰਮ ਵਾਲੀ ਜਗ੍ਹਾ ਤੇ ICT। ਕੰਮ ਵਾਲੀ ਜਗ੍ਹਾ ਤੇ ICT ਦੀ ਸਹਾਇਤਾ ਦੇ ਨਾਲ ਦਫ਼ਤਰੀ ਕੰਮਕਾਜ ਕਰਨ ਲਈ, ਰਿਕਾਰਡ ਦੀ ਸਾਂਭ ਸੰਭਾਲ ਲਈ ਅਸੀਂ ICT ਨੂੰ ਵਰਤਦੇ ਹਾਂ। ਆਨਲਾਈਨ ਲੈਣ ਦੇਣ ਕਰਨ ਲਈ, ਦਸਤਾਵੇਜ਼ ਬਣਾਉਣ ਲਈ, ਕਿਉਂਕਿ ਕੰਮ ਵਾਲੀ ਜਗ੍ਹਾ ਤੇ ਵੱਖ-ਵੱਖ ਤਰ੍ਹਾਂ ਦੇ ਦਸਤਾਵੇਜ਼ ਬਣਾਏ ਜਾਂਦੇ ਹਨ, ਜਿਸ ਤਰ੍ਹਾਂ ਕਿ MS Word ਦੇ ਵਿੱਚ ਬਣਾਇਆ ਜਾ ਸਕਦਾ ਹੈ, MS Excel ਦੇ ਵਿੱਚ ਕੈਲਕੂਲੇਸ਼ਨਸ ਦੇ ਲਈ ਸ਼ੀਟਸ ਬਣਾਈਆਂ ਜਾਂਦੀਆਂ ਹਨ। ਇਹ ਸਾਰਾ ਕੰਮ ICT ਕੰਮ ਵਾਲੀ ਜਗ੍ਹਾ ਤੇ ਵਰਤੋਂਯੋਗ ਹੈ। ਈਮੇਲ ਭੇਜਣ ਲਈ ਕੰਮ ਵਾਲੀ ਜਗ੍ਹਾ ਤੇ ਸਾਨੂੰ ਬਹੁਤ ਜ਼ਿਆਦਾ ਜੋ ਜਾਣਕਾਰੀ ਹੈ ਇੱਧਰ ਉੱਧਰ ਸ਼ੇਅਰ ਕਰਨੀ ਪੈਂਦੀ ਹੈ, ਸਮਾਂ ਵੀ ਥੋੜ੍ਹਾ ਹੁੰਦਾ ਹੈ, ਇਸ ਲਈ ਅਸੀਂ ਈਮੇਲ ਭੇਜਦੇ ਹਾਂ, ਜਿਸ ਨਾਲ ਸਾਡਾ ਸਮਾਂ ਵੀ ਬਚਦਾ ਹੈ ਅਤੇ ਅਸੀਂ ਇੱਕੋ ਸਮੇਂ ਇੱਕ ਤੋਂ ਜ਼ਿਆਦਾ ਵਿਅਕਤੀਆਂ ਨੂੰ ਈਮੇਲ ਭੇਜ ਸਕਦੇ ਹਾਂ ਅਤੇ ਆਪਣਾ ਸੰਦੇਸ਼ ਪਹੁੰਚਦਾ ਕਰ ਸਕਦੇ ਹਾਂ। ਇੰਟਰਨੈਟ ਬੈਂਕਿੰਗ ਲਈ ਅਸੀਂ ਇੰਟਰਨੈਟ ਬੈਂਕਿੰਗ ਦੀ ਵਰਤੋਂ ਕਰਕੇ ਕੰਮ ਵਾਲੀ ਜਗ੍ਹਾ ਤੇ ਕਿਸੇ ਨੂੰ ਪੈਸੇ ਭੇਜ ਸਕਦੇ ਹਾਂ ਅਤੇ ਕਿਸੇ ਤੋਂ ਪੈਸੇ ਪ੍ਰਾਪਤ ਵੀ ਕਰ ਸਕਦੇ ਹਾਂ। ਇਸ ਨਾਲ ਸਾਡਾ ਬਹੁਤ ਸਾਰਾ ਸਮਾਂ ਅਤੇ ਮਿਹਨਤ ਬਚਦੀ ਹੈ। ਅੱਗੇ ਹੈ ਕੰਮ ਵਾਲੀ ਜਗ੍ਹਾ ਤੇ ICT ਗਣਨਾਵਾਂ ਕਰਨ ਲਈ। ਜਦੋਂ ਵੀ ਕੋਈ ਕੰਮ ਵਾਲੀ ਜਗ੍ਹਾ ਤੇ ਕੋਈ ਗਣਨਾਵਾਂ ਦੀ ਜ਼ਰੂਰਤ ਪੈਂਦੀ ਹੈ ਤਾਂ ਅਸੀਂ ਕੰਪਿਊਟਰ ਨਾਲ ਉਹਨਾਂ ਨੂੰ ਮਿੰਟਾਂ ਸੈਕਿੰਡਾਂ ਦੇ ਵਿੱਚ ਹੀ ਹੱਲ ਕਰ ਸਕਦੇ ਹਾਂ ਅਤੇ ਹਿਸਾਬ ਕਿਤਾਬ ਕਰ ਸਕਦੇ ਹਾਂ। ਟੇਬਲ, ਗ੍ਰਾਫ ਆਦਿ ਬਣਾਉਣ ਲਈ ਡਾਟਾ ਨੂੰ ਜ਼ਿਆਦਾ ਅੱਛੇ ਤਰੀਕੇ ਨਾਲ ਉਸ ਦਾ ਵਿਸ਼ਲੇਸ਼ਣ ਕਰਨ ਦੇ ਲਈ ਅਸੀਂ ਟੇਬਲ, ਗ੍ਰਾਫ ਆਦਿ ਦਾ ਪ੍ਰਯੋਗ ਕਰਦੇ ਹਾਂ, ਜੋ ਕਿ ਕੰਪਿਊਟਰ ਦੀ ਸਹਾਇਤਾ ਨਾਲ ਹੀ ਸੰਭਵ ਹੈ। ਪੇਸ਼ਕਾਰੀ ਕਰਨ ਲਈ, ਮੰਨ ਲਓ ਕਿ ਕੋਈ ਬੈਂਕ ਹੈ, ਉਸਦੇ ਕਰਮਚਾਰੀਆਂ ਨੂੰ ਕੋਈ ਟ੍ਰੇਨਿੰਗ ਦੇਣੀ ਹੈ ਤਾਂ ਉਸਦੇ ਲਈ ਪੇਸ਼ਕਾਰੀ ਬਣਾਈ ਜਾਵੇਗੀ ਅਤੇ ਮੈਨੇਜਰਸ ਦੇ ਦੁਆਰਾ ਆਪਣੇ ਕਰਮਚਾਰੀਆਂ ਨੂੰ ਉਸਦੀ ਜਾਣਕਾਰੀ ਦਿੱਤੀ ਜਾਵੇਗੀ। ਇਸ ਦੇ ਲਈ ਜਿਵੇਂ ਅਸੀਂ ਪਾਵਰ ਪੁਆਇੰਟ ਦਾ ਯੂਜ਼ ਕਰ ਸਕਦੇ ਹਾਂ। ਕਰਮਚਾਰੀਆਂ ਸੰਬੰਧੀ ਕੰਮ ਕਰਨ ਲਈ, ਜਿਵੇਂ ਟੀਚੇ ਜਾਂ ਤਨਖਾਹ ਸੰਬੰਧੀ ਕੰਮ ਕਰਨ ਲਈ ICT ਦੀ ਵਰਤੋਂ ਹੁੰਦੀ ਹੈ। ਘਰ ਵਿੱਚ ICT। ਪਹਿਲਾਂ ਤਾਂ ਅਸੀਂ ਪੜ੍ਹਿਆ ਹੈ ਕਿ ਕੰਮ ਵਾਲੀ ਜਗ੍ਹਾ ਤੇ ICT ਦੇ ਕੀ ਉਪਯੋਗ ਹਨ। ਹੁਣ ਅਸੀਂ ਪੜ੍ਹ ਰਹੇ ਹਾਂ ਕਿ ਘਰ ਵਿੱਚ ICT ਦੇ ਕੀ ਉਪਯੋਗ ਹਨ। ਸਭ ਤੋਂ ਪਹਿਲਾਂ ਤਾਂ ਆਨਲਾਈਨ ਖਰੀਦਦਾਰੀ ਲਈ। ਆਨਲਾਈਨ ਖਰੀਦਦਾਰੀ ਨਾਲ ਅਸੀਂ ਘਰ ਬੈਠੇ ਬਿਠਾਏ ਬਹੁਤ ਹੀ ਵਧੀਆ ਕਿਸਮ ਦਾ ਜੋ ਸਮਾਨ ਹੈ ਸਸਤੇ ਰੇਟਾਂ ਤੇ ਮੰਗਵਾ ਸਕਦੇ ਹਾਂ। ਇਸ ਵਿੱਚ ਕਈ ਵਾਰ ਸਾਨੂੰ ਉਹ ਸਮਾਨ ਵੀ ਮਿਲ ਜਾਂਦਾ ਹੈ ਜੋ ਸਾਡੇ ਆਸ-ਪਾਸ ਨਹੀਂ ਮਿਲਦਾ, ਨਹੀਂ ਉਪਲਬਧ ਹੁੰਦਾ। ਜਾਣਕਾਰੀ ਪ੍ਰਾਪਤ ਕਰਨ ਲਈ, ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਅਸੀਂ ਵੱਖ-ਵੱਖ ਸਾਈਟਸ ਤੋਂ ਇੰਟਰਨੈਟ ਰਾਹੀਂ ਘਰ ਵਿੱਚ ਹੀ ICT ਦੁਆਰਾ ਜਾਣਕਾਰੀ ਨੂੰ ਪ੍ਰਾਪਤ ਕਰ ਸਕਦੇ ਹਾਂ। ਨੌਕਰੀ ਦੇ ਫਾਰਮ ਭਰਨ ਲਈ
ਅਸੀਂ ਘਰ ਬੈਠੇ ਬਿਠਾਏ ਵੱਖ-ਵੱਖ ਤਰ੍ਹਾਂ ਦੀਆਂ ਨੌਕਰੀਆਂ ਲਈ ਫਾਰਮ ਭਰ ਸਕਦੇ ਹਾਂ। ਮਨੋਰੰਜਨ ਲਈ ਅਸੀਂ ਘਰ ਵਿੱਚ ਬੈਠੇ ਬਿਠਾਏ ICT ਦੀ ਸਹਾਇਤਾ ਦੇ ਨਾਲ ਖਬਰਾਂ ਦੇਖ ਸਕਦੇ ਹਾਂ, ਗਾਣੇ ਸੁਣ ਸਕਦੇ ਹਾਂ, ਪਿਕਚਰਸ ਦੇਖ ਸਕਦੇ ਹਾਂ, ਬੱਚੇ ਕਾਰਟੂਨ ਦੇਖ ਸਕਦੇ ਹਨ ਅਤੇ ਹੋਰ ਕਈ ਜਾਣਕਾਰੀ ਲਈ ਸਾਈਟਸ ਉਪਲਬਧ ਹਨ, ਐਪਸ ਉਪਲਬਧ ਹਨ ਜਿਨ੍ਹਾਂ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਸੋਸ਼ਲ ਮੀਡੀਆ ਜਿਵੇਂ ਫੇਸਬੁੱਕ, ਇੰਸਟਾਗ੍ਰਾਮ ਜਾਂ ਟਵਿੱਟਰ ਨਾਲ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਜੁੜੇ ਰਹਿਣ ਲਈ ਵੀ ਅਸੀਂ ICT ਦੀ ਵਰਤੋਂ ਘਰ ਵਿੱਚ ਕਰਦੇ ਹਾਂ। ਹੁਣ ਇਸ ਦੇ ਪ੍ਰਸ਼ਨ ਉੱਤਰ ਵੱਲ ਜਾਂਦੇ ਹਾਂ। ਇਹ ਹੈ, ਦੱਸੋ ਕਿ ਹੇਠਾਂ ਦਿੱਤੇ ਕਥਨ ਸਹੀ ਹਨ ਜਾਂ ਗਲਤ। ਸਹੀ ਗਲਤ ਤੁਸੀਂ ਚੁਣਨਾ ਹੈ। ਪਹਿਲਾ ਇਸ ਦਾ ਹੈ, ICT ਦਾ ਪੂਰਾ ਰੂਪ ਇਨਫੋਰਮੇਸ਼ਨ ਐਂਡ ਕਮਿਊਨੀਕੇਸ਼ਨ ਟੈਕਨੋਲੋਜੀ ਹੈ। ਇਸ ਦਾ ਸਹੀ ਉੱਤਰ ਹੈ ਸਹੀ। ਦੂਜਾ, ਲਾਈਵ ਸਪੋਰਟਸ ਅਤੇ ਖਬਰਾਂ ਸਿਰਫ ICT ਦੀ ਵਰਤੋਂ ਨਾਲ ਦਿਖਾਈਆਂ ਜਾ ਸਕਦੀਆਂ ਹਨ। ਲਾਈਵ ਦਾ ਮਤਲਬ ਹੈ ਜਿਸ ਤਰ੍ਹਾਂ ਕਿ ਕੋਈ ਮੈਚ ਹੋ ਰਿਹਾ ਹੈ ਤਾਂ ਉਸ ਦਾ ਸਿੱਧਾ ਪ੍ਰਸਾਰਣ ਉਸੇ ਸਮੇਂ ਅਸੀਂ ਘਰ ਬੈਠੇ ਬਿਠਾਏ ICT ਦੀ ਵਰਤੋਂ ਨਾਲ ਦੇਖ ਸਕਦੇ ਹਾਂ ਜਾਂ ਕਿਸੇ ਖਬਰਾਂ ਦਾ। ਇਸ ਦਾ ਆਨਸਰ ਹੈ ਸਹੀ। ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ। ਪਹਿਲਾ ਪ੍ਰਸ਼ਨ ਹੈ, ਘਰ ਵਿੱਚ ICT ਦੇ ਕੋਈ ਦੋ ਉਪਯੋਗ ਲਿਖੋ। ਦੂਜਾ ਹੈ, ICT ਵਿੱਚ ਉੱਭਰ ਰਹੇ ਹੁਨਰ ਕੀ ਹਨ। ਅਤੇ ਤੀਜਾ ਹੈ, ICT ਦੀ ਵਰਤੋਂ ਕਰਨ ਲਈ ਕਿਹੜੇ ਪ੍ਰਮੁੱਖ ਹੁਨਰ ਹੋਣੇ ਚਾਹੀਦੇ ਹਨ। ਬੱਚਿਓ, ਮੈਨੂੰ ਆਸ ਹੈ ਕਿ ਤੁਹਾਨੂੰ ਇਹ ਸਾਰੇ ਕੁਐਸਚਨ ਸਮਝ ਆ ਗਏ ਹੋਣਗੇ ਅਤੇ ਇਹਨਾਂ ਦੇ ਆਨਸਰ ਤੁਸੀਂ ਆਪਣੇ ਆਪ ਦੇ ਦੇਵੋਗੇ। ਵੀਡੀਓ ਦੇਖਣ ਲਈ ਧੰਨਵਾਦ।